ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਬੁਨਿਆਦਾਂ। ਨਵੇਂ ਸੰਤੁਲਨ। ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲੀ ਗੱਲ ਹੁਣ ਪੁਰਾਣੀ ਹੋ ਗਈ ਹੈ। ਹੁਣ ਇੱਕੋ ਵੇਲੇ ਕਈ ਬੇੜੀਆਂ ਵਿੱਚ ਪੈਰ ਰੱਖਣ ਦੀ ਮਜਬੂਰੀ ਉਪਜ ਪਈ ਹੈ। ਅਜੋਕੇ ਸੰਸਾਰ ਵਿੱਚ ਨਾ ਕੁਝ ਸਥਿਰ ਹੈ, ਨਾ ਹੀ ਸੰਦੀਵੀ। ਅਜੋਕਾ ਜੀਵਨ ਤੇਜ਼ ਗਤੀ ਨਾਲ ਬਦਲਦੀਆਂ ਸਥਿਤੀਆਂ ਦਾ ਇੱਕ ਨਿਰੰਤਰ ਪ੍ਰਵਾਹ ਹੈ, ਜਿਸ ਵਿੱਚ ਸੰਤੁਲਨ ਉਸਾਰਨ ਲਈ ਸੈਂਕੜੇ ਜੋੜ ਤੋੜ ਕਾਰਜਸ਼ੀਲ ਹੁੰਦੇ ਹਨ। ਮੁਸ਼ਕਿਲ ਅਤੇ ਪਰੇਸ਼ਾਨੀ ਉਦੋਂ ਹੁੰਦੀ ਹੈ ਜਦੋਂ ਅਸੀਂ ਕਿਸੇ ਇੱਕ ਸੁਖਾਵੀਂ ਸਥਿਤੀ ਨੂੰ ਸਦੀਵੀ ਬਣਾਉਣ ਦਾ ਯਤਨ ਕਰਦੇ ਹਾਂ ਅਤੇ ਅਸਫਲ ਹੁੰਦੇ ਹਾਂ। ਅਜੋਕੇ ਸਮੇਂ ਵਿੱਚ ਜਿਤਨੀਆਂ ਕਿਸੇ ਮਨੁੱਖ ਦੀਆਂ ਦਿਲਚਸਪੀਆਂ ਵਧੇਰੇ ਹੁੰਦੀਆਂ ਹਨ, ਉਤਨਾ ਹੀ ਉਸ ਮਨੁੱਖ ਦਾ ਗਿਆਨ ਅਤੇ ਅਨੁਭਵ ਵਧੇਰੇ ਹੁੰਦਾ ਹੈ ਅਤੇ ਉਹ ਉਤਨੀਆਂ ਹੀ ਵਧੇਰੇ ਪੱਧਰਾਂ 'ਤੇ ਜਿਉਂਦਾ ਹੈ। ਅਜਿਹੇ ਵਿਅਕਤੀ ਭਾਵੇਂ ਆਪਣੇ ਹਰ ਯਤਨ ਵਿੱਚ ਸਫਲ ਨਾ ਹੋਣ, ਪਰ ਉਹਨਾਂ ਵਿੱਚ ਰੁੱਝੇ ਰਹਿਣ, ਪ੍ਰਯੋਗ ਕਰਨ, ਨਵੀਆਂ ਤਕਨੀਕਾਂ ਵਰਤਣ ਅਤੇ ਨਵੇਂ ਸੰਤੁਲਨ ਉਸਾਰਨ ਦਾ ਗੁਣ ਹੁੰਦਾ ਹੈ। ਜ਼ਿੰਦਗੀ ਵਿੱਚ ਜੋ ਕੁਝ ਵੀ ਅਸੀਂ ਅੱਜ ਹਾਂ, ਉਹ ਵੀ ਅਨੇਕਾਂ ਫੈਸਲਿਆਂ, ਯਤਨਾਂ, ਸੋਚਾਂ, ਉਪਰਾਲਿਆਂ, ਵਿਉਂਤਾਂ, ਸੰਬੰਧਾਂ ਦਾ ਸਿੱਟਾ ਹੈ। ਇਹ ਸਾਰੇ ਪੱਖ ਰਲ ਕੇ ਇੱਕ ਸਮੁੱਚੇ ਸੰਤੁਲਨ ਵਿੱਚ ਬੱਝੇ ਹੋਏ ਹਨ। ਜਦੋਂ ਹਵਾਈ ਜਹਾਜ਼ ਉੱਡਦਾ ਹੈ ਤਾਂ ਉਹ ਬਾਹਰਲੇ ਪ੍ਰਭਾਵਾਂ ਅਤੇ ਅੰਦਰਲੇ ਦਬਾਵਾਂ ਕਾਰਨ ਇੱਧਰ ਉੱਧਰ ਹੁੰਦਾ ਰਹਿੰਦਾ ਹੈ ਅਤੇ ਪਾਇਲਟ ਬਾਰ-ਬਾਰ ਉਸ ਨੂੰ ਸਹੀ ਮਾਰਗ 'ਤੇ ਲਿਆਉਂਦਾ ਰਹਿੰਦਾ ਹੈ। ਸਹੀ ਮਾਰਗ 'ਤੇ ਇਹ ਕੁਝ ਪਲ ਹੀ ਰਹਿੰਦਾ ਹੈ ਅਤੇ ਫਿਰ ਭਟਕਣ ਦਾ ਯਤਨ ਕਰਦਾ ਹੈ, ਪਰੰਤੂ ਪਾਇਲਟ ਇਸ ਦੇ ਵਿਗੜੇ ਸੰਤੁਲਨ ਨੂੰ ਮੁੜ ਬਹਾਲ ਕਰਕੇ ਅਤੇ ਨਵੇਂ ਸੰਤੁਲਨ ਸਥਾਪਿਤ ਕਰਕੇ ਜਹਾਜ਼ ਨੂੰ ਮੰਜ਼ਿਲ 'ਤੇ ਪਹੁੰਚਾਉਂਦਾ ਹੈ। ਜੀਵਨ ਨਾਲ ਵੀ ਇਵੇਂ ਹੀ ਵਾਪਰਦਾ ਹੈ। ਸੰਤੁਲਨ ਇੱਕ ਜਟਿਲ ਵਿਸ਼ਾ ਹੈ, ਪਰ ਇਹ ਅਜੋਕੇ ਜੀਵਨ ਦਾ ਮਹੱਤਵਪੂਰਨ ਪੱਖ ਹੈ, ਜਿਸ ਦੀ ਸਮਝ ਤੋਂ ਬਿਨਾਂ ਅਰਥਪੂਰਨ ਜੀਵਨ ਜਿਉਣਾ ਸੰਭਵ ਨਹੀਂ ਹੈ। ਹਰੇਕ ਵਿਅਕਤੀ ਆਪਣੇ ਆਪ ਵਿੱਚ ਇੱਕ ਵੱਖਰਾ ਸੰਸਾਰ ਹੈ ਅਤੇ ਹਰੇਕ ਵਿਅਕਤੀ ਕਈ ਪੱਧਰਾਂ 'ਤੇ ਹੋਰਾਂ ਨਾਲ ਅਤੇ ਆਲੇ ਦੁਆਲੇ ਨਾਲ ਸੰਬੰਧਿਤ ਹੁੰਦਾ ਹੈ, ਜਿਸ ਕਾਰਨ ਉਹ ਨਵੇਂ ਸੰਤੁਲਨ ਉਸਾਰਦਾ ਰਹਿੰਦਾ ਹੈ। ਜੇ ਕਮਾਉਣ ਤੋਂ ਬਿਨਾਂ ਖਰਚ ਕੀਤਾ ਜਾਵੇ, ਜੇ ਕੰਮ ਕਰਨ ਤੋਂ ਬਿਨਾਂ ਆਰਾਮ ਕੀਤਾ ਜਾਵੇ, ਜੇ ਮੰਜ਼ਿਲ ਤੋਂ ਬਿਨਾਂ ਯਾਤਰਾ ਕੀਤੀ ਜਾਵੇ, ਜੇ ਨਿਯਮਾਂ ਤੋਂ ਬਿਨਾਂ ਕੋਈ ਖੇਡ ਖੇਡੀ ਜਾਵੇ, ਤਾਂ ਧਿਆਨ, ਪੈਸਾ, ਵਕਤ ਅਤੇ ਊਰਜਾ ਅਜਾਈ ਚਲੇ ਜਾਣਗੇ, ਜਿਸ ਕਾਰਨ ਸਾਡੇ ਜੀਵਨ ਦਾ ਸੰਤੁਲਨ ਵਿਗੜੇਗਾ ਅਤੇ ਜੀਵਨ ਉਲਾਰ ਹੋਵੇਗਾ। ਸਿਹਤ ਖਰਾਬ ਹੋਵੇਗੀ, ਅਸੀਂ ਪਛੜ ਜਾਵਾਂਗੇ ਅਤੇ ਪਛਤਾਵਾ ਉਪਜੇਗਾ। ਭਾਵੇਂ ਜ਼ਿੰਦਗੀ ਸਾਨੂੰ ਕਿਸੇ ਨਾ ਕਿਸੇ ਸੰਤੁਲਨ ਵੱਲ ਮੋੜ ਲਿਆਵੇਗੀ, ਪਰ ਤਾਲਮੇਲ ਵਿਗੜਨ ਕਾਰਨ ਨਵੇਂ ਸੰਤੁਲਨ ਦੀ ਪੱਧਰ ਨੀਵੀਂ ਹੋਵੇਗੀ, ਜਿਸ ਕਾਰਨ ਜ਼ਿੰਦਗੀ ਦੀ ਤਸੱਲੀ ਘਟੇਗੀ। ਜੇ ਪਤਾ ਹੀ ਨਹੀਂ ਕਿੱਥੇ ਜਾਣਾ ਹੈ ਤਾਂ ਕਿਵੇਂ ਪਤਾ ਲੱਗੇਗਾ ਕਿ ਉੱਥੇ ਪਹੁੰਚ ਗਏ ਹਾਂ। ਜਦੋਂ ਵੀ ਸੰਤੁਲਨ ਵਿਗੜੇਗਾ, ਅਚੇਤ ਮਨ ਦੱਸੇਗਾ, ਆਤਮਾ ਸਾਵਧਾਨ ਕਰੇਗੀ, ਪਰ ਮੰਨਣਾ ਨਾ ਮੰਨਣਾ ਮਨੁੱਖ ਦੀ ਮਰਜ਼ੀ ਹੁੰਦੀ ਹੈ। ਰੁਜ਼ਗਾਰ, ਪਰਿਵਾਰ, ਆਮਦਨ, ਖਰਚ, ਖੁਰਾਕ, ਸਿਹਤ, ਕੰਮ, ਮਨੋਰੰਜਨ, ਵਪਾਰ, ਮੁਨਾਫਾ ਆਦਿ ਵੱਖ-ਵੱਖ ਅਜਿਹੇ ਸੰਤੁਲਨੀ ਜੁੱਟ ਹਨ ਜਿਹੜੇ ਸਾਡੇ ਜੀਵਨ ਵਿੱਚ ਨਿਰੰਤਰ ਕਾਰਜਸ਼ੀਲ ਰਹਿੰਦੇ ਹਨ। ਜਦੋਂ ਤੱਕ ਮਨੁੱਖ ਆਪਣੇ ਆਲੇ ਦੁਆਲੇ ਅਤੇ ਹੋਰਾਂ ਨਾਲ ਆਪਣੇ ਸੰਬੰਧਾਂ ਬਾਰੇ ਸੋਚਦਾ ਨਹੀਂ, ਉਹ ਆਪਣੇ ਆਪ ਅਤੇ ਆਲੇ ਦੁਆਲੇ ਨੂੰ ਬਦਲ ਨਹੀਂ ਸਕਦਾ ਅਤੇ ਜਿਉਣ ਦੀ ਤਸੱਲੀ ਮਾਣ ਨਹੀਂ ਸਕਦਾ। ਮਨੁੱਖ ਦਾ ਪਸ਼ੂਆਂ ਨਾਲੋਂ ਮੁੱਖ ਵਖਰੇਵਾਂ ਹੀ ਇਹ ਹੈ ਕਿ ਕੇਵਲ ਮਨੁੱਖ ਵਿੱਚ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਸਥਿਤੀ ਨੂੰ ਸਮਝਣ ਅਤੇ ਬਦਲਣ ਦੀ ਸਮਰੱਥਾ ਹੈ। ਜੋ ਹੁੰਦਾ ਹੈ, ਹੋ ਰਿਹਾ ਹੈ, ਮਨੁੱਖ ਉਸ ਨਾਲ ਸੰਤੁਸ਼ਟ ਨਹੀਂ ਹੁੰਦਾ। ਉਹ ਜੋ ਹੋਣਾ ਚਾਹੀਦਾ ਹੈ, ਉਸ 'ਤੇ ਆਪਣਾ ਧਿਆਨ ਕੇਂਦਰਿਤ ਕਰਦਾ ਹੈ। ਇਸ ਬਦਲਾਅ ਨੂੰ ਸੰਭਵ ਅਤੇ ਸੁਖਾਲਾ ਬਣਾਉਣ ਲਈ ਵਿਗਿਆਨ ਸਿਰਜਿਆ ਗਿਆ ਹੈ। ਵਿਗਿਆਨ ਸਮੁੱਚੀ ਮਾਨਵ ਜਾਤੀ ਦੇ ਸਾਂਝੇ ਯਤਨਾਂ ਦਾ ਸਿੱਟਾ ਹੈ। ਇਹੀ ਕਾਰਨ ਹੈ ਕਿ ਵਿਗਿਆਨ ਕਿਸੇ ਦੀ ਮਲਕੀਅਤ ਨਹੀਂ, ਇਹ ਔਖ ਦੀ ਥਾਂ ਸੌਖ ਅਤੇ ਪਰੰਪਰਾ ਦੀ ਥਾਂ ਨਵੀਨਤਾ ਸਥਾਪਿਤ ਕਰਨ ਦਾ ਸੰਦ ਹੈ। ਹਰ ਕਲਾਕਾਰ ਮੁੱਢ ਵਿੱਚ ਪਰੰਪਰਾ ਨੂੰ ਪਾਲਦਾ ਹੈ ਅਤੇ ਪਰੰਪਰਾ ਵਿੱਚ ਕਾਰਜਸ਼ੀਲ ਸੰਤੁਲਨਾਂ ਨੂੰ ਸਮਝਦਾ ਹੈ। ਇਸ ਸਮਝ ਅਤੇ ਆਪਣੀ ਨਵੀਂ ਸੋਚ ਨਾਲ ਉਹ ਉਚੇਰੇ, ਚੰਗੇਰੇ ਅਤੇ ਵਧੇਰੇ ਪ੍ਰਭਾਵਸ਼ਾਲੀ ਸੰਤੁਲਨ ਸਥਾਪਿਤ ਕਰਕੇ ਕਲਾ ਦੇ ਖੇਤਰ ਵਿੱਚ ਆਪਣੀ ਪਛਾਣ ਉਸਾਰਦਾ ਹੈ। ਕਈਆਂ ਨਾਲ ਅਸੀਂ ਸੰਬੰਧਿਤ ਹੁੰਦੇ ਹਾਂ, ਕਈ ਸਾਡੇ 'ਤੇ ਨਿਰਭਰ ਹੁੰਦੇ ਹਨ। ਇਹ ਸਾਰੇ ਰਲ ਕੇ ਸਾਡਾ ਜੀਵਨ ਦ੍ਰਿਸ਼ਟੀਕੋਣ ਸਿਰਜਦੇ ਹਨ, ਜਿਸ ਨਾਲ ਅਸੀਂ ਸੰਸਾਰ ਨਾਲ ਇੱਕ ਨਿਵੇਕਲਾ ਸੰਤੁਲਨ ਉਸਾਰਦੇ ਹਾਂ।
ਜੀਵਨ ਵਿੱਚ ਸੰਤੁਲਨ ਦੀ ਲੋੜ ਕਿਉਂ ਹੁੰਦੀ ਹੈ? ਸੰਤੁਲਨ ਦੀ ਲੋੜ ਇਸ ਲਈ ਹੁੰਦੀ ਹੈ ਕਿਉਂਕਿ ਇਹ ਸਾਡੀ ਮੈਂ ਦੀ ਪਛਾਣ ਅਤੇ ਸਾਡੇ ਸਮੁੱਚੇ ਵਿਕਾਸ ਦਾ ਆਧਾਰ ਬਣਦਾ ਹੈ। ਇਸ ਬਿਨਾਂ ਕੋਈ ਸਮੱਸਿਆ ਜਾਂ ਮੁਸ਼ਕਿਲ ਹੱਲ ਨਹੀਂ ਹੁੰਦੀ, ਕੋਈ ਸੰਤੁਲਿਤ ਵਿਕਾਸ ਨਹੀਂ ਵਾਪਰਦਾ। ਉਦਾਹਰਨ ਵਜੋਂ ਹੁਣ ਮੋਟਾ, ਅਨਪੜ੍ਹ ਜਾਂ ਬੇਰੁਜ਼ਗਾਰ ਵਿਅਕਤੀ ਸਿਹਤ, ਸੋਚ ਅਤੇ ਸਰਮਾਏ ਦੇ ਪੱਖੋਂ ਸੰਤੁਲਨ ਦੀ ਘਾਟ ਕਾਰਨ ਅਰਥਪੂਰਨ ਜੀਵਨ ਨਹੀਂ ਜਿਉ ਸਕਦਾ। ਮਨੁੱਖ ਅਤੇ ਕੁਦਰਤ ਵਿਚਕਾਰ ਵਿਗੜੇ ਸੰਤੁਲਨ ਕਾਰਨ ਹੀ ਹੁਣ ਮੀਂਹ ਨਹੀਂ ਪੈਂਦੇ, ਹੜ੍ਹ ਹੀ ਆਉਂਦੇ ਹਨ। ਮਨੁੱਖ ਕੁਦਰਤ ਵਿਰੁੱਧ ਹੀ ਨਹੀਂ ਜਾ ਰਿਹਾ, ਉਹ ਨਵੀਆਂ ਮੁਸੀਬਤਾਂ ਵੀ ਸਿਰਜ ਰਿਹਾ ਹੈ। ਮਨੁੱਖ ਨੈਤਿਕ ਰਾਹ ਭੁੱਲ ਗਿਆ ਹੈ, ਜਿਸ ਕਾਰਨ ਹਿੰਸਾ, ਤਲਾਕ, ਧੋਖਾ, ਬੇਈਮਾਨੀ, ਭ੍ਰਿਸ਼ਟਾਚਾਰ ਵੱਧ ਰਹੇ ਹਨ। ਜੇ ਪਤੀ ਪਤਨੀ ਵਿੱਚ ਸੁਖਾਵਾਂ ਸੰਤੁਲਨ ਨਾ ਹੋਵੇ ਤਾਂ ਬੱਚੇ ਨਹੀਂ ਪਲਦੇ, ਘਰ ਨਹੀਂ ਵਸਦਾ, ਪਰਿਵਾਰ ਨਹੀਂ ਚੱਲਦਾ। ਸੰਤੁਲਨ ਇਸ ਲਈ ਜ਼ਰੂਰੀ ਹੁੰਦਾ ਹੈ ਕਿਉਂਕਿ ਇਹ ਪ੍ਰਕਿਰਤੀ ਦੀ ਸੁਭਾਵਿਕ ਸਥਿਤੀ ਹੈ ਅਤੇ ਅਸੀਂ ਪ੍ਰਕਿਰਤਿਕ ਸੰਤੁਲਨ ਦਾ ਭਾਗ ਹਾਂ। ਅਜੋਕੀ ਜੀਵਨ ਜਾਂਚ ਵਿੱਚ ਸੰਤੁਲਨ ਦੀ ਘਾਟ ਕਾਰਨ ਦਬਾਅ, ਤਣਾਅ, ਤੌਖਲੇ, ਡਰ, ਝਗੜੇ, ਮੁਕੱਦਮੇ ਆਦਿ ਵੱਧ ਰਹੇ ਹਨ। ਅਸੀਂ ਸਰੀਰਕ ਰੋਗਾਂ ਦੇ ਇਲਾਜ ਲੱਭ ਰਹੇ ਹਾਂ, ਪਰ ਨਵੀਆਂ ਗੰਭੀਰ ਭਾਵਕ ਅਤੇ ਮਾਨਸਿਕ ਸਮੱਸਿਆਵਾਂ ਉੱਭਰ ਰਹੀਆਂ ਹਨ। ਹੁਣ ਸਾਨੂੰ ਸ਼ੇਰ ਦਾ ਡਰ ਨਹੀਂ, ਪਰ ਕਈ ਨਵੇਂ ਸਹਿਮ ਅਤੇ ਡਰ ਉਪਜ ਪਏ ਹਨ। ਹਰ ਖੇਤਰ ਵਿੱਚ ਸਥਿਤੀ ਚਿੰਤਾਜਨਕ ਹੈ। ਸਿੱਖਿਆ ਆਮ ਹੋ ਗਈ ਹੈ, ਪਰ ਸਿਲੇਬਸ, ਖਰਚੇ ਅਤੇ ਦਾਖਲੇ ਮੁਸ਼ਕਲ ਹੋ ਗਏ ਹਨ। ਉਮਰਾਂ ਵੱਧ ਗਈਆਂ ਹਨ, ਪਰ ਜ਼ਿੰਦਗੀ ਦੀ ਤਸੱਲੀ ਘਟ ਗਈ ਹੈ। ਸਾਡਾ ਹੀ ਨਹੀਂ, ਸਾਡੇ ਸੰਸਾਰ ਦਾ ਵੀ ਸੰਤੁਲਨ ਵਿਗੜਿਆ ਹੋਇਆ ਹੈ। ਸੰਤੁਲਨ ਬਾਰੇ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਅਡੋਲ, ਸਥਿਰ, ਸ਼ਾਂਤ ਅਵਸਥਾ ਨਹੀਂ ਹੁੰਦੀ। ਹਰ ਪਲ ਸਭ ਕੁਝ ਬਦਲ ਰਿਹਾ ਹੈ। ਅਸੀਂ ਨਹੀਂ ਜਾਣ ਸਕਦੇ ਕਿ 1 ਘੰਟੇ ਮਗਰੋਂ ਅਸੀਂ ਕੀ ਸੋਚ ਰਹੇ ਹੋਵਾਂਗੇ। ਸੰਤੁਲਨ ਨਿਰਵਾਣ ਦੀ ਅਵਸਥਾ ਵੀ ਨਹੀਂ ਹੈ। ਹੁਣ ਸੰਨਿਆਸ ਵਿੱਚ ਵੀ ਸੁੱਖ ਨਹੀਂ ਹੈ। ਸੰਪੂਰਨ ਸੰਤੁਲਨ ਇੱਕ ਸੁਪਨਾ ਹੈ। ਅਸੀਂ ਸੰਤੁਲਨ ਉਸਾਰਨ ਦਾ ਉਪਰਾਲਾ ਹੀ ਕਰ ਸਕਦੇ ਹਾਂ, ਪਰ ਇਹ ਉਪਰਾਲਾ ਕਰਨਾ ਬੜਾ ਜ਼ਰੂਰੀ ਹੋ ਗਿਆ ਹੈ। ਜ਼ਮੀਨ ਦੇ ਉੱਪਰ ਕੱਖ-ਕਾਨੇ ਹੀ ਹੁੰਦੇ ਹਨ, ਹੀਰੇ ਮੋਤੀਆਂ ਲਈ ਡੂੰਘੇ ਜਾਣਾ ਪਏਗਾ। ਸੰਤੁਲਨ ਅਤੇ ਤਾਲਮੇਲ ਵਿੱਚ ਅੰਤਰ ਹੈ। ਅਮਰੀਕਾ ਕੈਨੇਡਾ ਵਿੱਚ ਤਾਲਮੇਲ ਹੈ, ਅਮਰੀਕਾ ਰੂਸ ਵਿਚਕਾਰ ਸ਼ਕਤੀ ਦਾ ਸੰਤੁਲਨ ਹੈ। ਭਾਰਤ ਪਾਕਿਸਤਾਨ ਵਿਚਕਾਰ ਨਾ ਤਾਲਮੇਲ ਹੈ, ਨਾ ਹੀ ਸੰਤੁਲਨ। ਜੇ ਬਾਹਰਲੇ ਸਬੰਧਾਂ ਵਿੱਚ ਸੰਤੁਲਨ ਹੋਵੇ ਤਾਂ ਹੀ ਪਰਿਵਾਰਕ ਸਬੰਧਾਂ ਵਿੱਚ ਤਾਲਮੇਲ ਹੋਵੇਗਾ। ਕੰਮ ਅਤੇ ਜੀਵਨ ਵਿੱਚ ਤਾਲਮੇਲ ਅਤੇ ਸੰਤੁਲਨ ਦੋਹਾਂ ਦੀ ਲੋੜ ਹੁੰਦੀ ਹੈ। ਕੋਈ ਵੀ ਸੰਤੁਲਨ ਆਪੇ ਨਹੀਂ ਉਸਰਦਾ। ਇਸ ਲਈ ਭਰਪੂਰ ਅਤੇ ਨਿਰੰਤਰ ਯਤਨ ਕਰਨਾ ਪੈਂਦਾ ਹੈ। ਇਹਨਾਂ ਯਤਨਾਂ ਅਤੇ ਉਪਰਾਲਿਆਂ ਨਾਲ ਹੀ ਸਾਡੇ ਜੀਵਨ ਦੀ ਰੂਪ-ਰੇਖਾ ਨਿਰਧਾਰਤ ਹੁੰਦੀ ਹੈ। ਧਿਆਨ, ਨੀਅਤ, ਉਤਸ਼ਾਹ, ਕੁਰਬਾਨੀ, ਵਸੀਲੇ, ਸਮਾਂ, ਮਿਹਨਤ, ਚਰਿੱਤਰ ਆਦਿ ਰਲ ਕੇ ਨਿਰਧਾਰਤ ਕਰਦੇ ਹਨ ਕਿ ਅਸੀਂ ਕੀ ਹਾਂ। ਮੇਰਾ ਸੰਤੁਲਨ ਤੁਹਾਡਾ ਸੰਤੁਲਨ ਨਹੀਂ ਹੋ ਸਕਦਾ। ਹਰੇਕ ਨੂੰ ਆਪਣਾ ਸੰਤੁਲਨ ਆਪ ਉਸਾਰਨਾ ਪੈਂਦਾ ਹੈ, ਕਿਉਂਕਿ ਹਰੇਕ ਦੇ ਉਦੇਸ਼, ਤਰਜੀਹਾਂ, ਕਾਰਜ, ਵਸੀਲੇ ਆਦਿ ਵੱਖਰੇ ਹਨ। ਜੇ ਹੋਰਾਂ ਨਾਲੋਂ ਆਪਣਾ ਵਖਰੇਵਾਂ ਜਾਣਨਾ ਚਾਹੁੰਦੇ ਹੋ ਤਾਂ ਦੱਸੋ ਹੁਣ ਤੁਹਾਡੇ ਲਈ ਕੀ ਮਹੱਤਵਪੂਰਨ ਹੈ। 5 ਸਾਲ ਪਹਿਲਾਂ ਕੀ ਮਹੱਤਵਪੂਰਨ ਸੀ, 5 ਸਾਲ ਮਗਰੋਂ ਕੀ ਮਹੱਤਵਪੂਰਨ ਹੋਵੇਗਾ। ਹਰ ਕੋਈ ਵੱਖਰਾ ਜਵਾਬ ਦੇਵੇਗਾ। ਸਾਡਾ ਸਾਰਿਆਂ ਦਾ ਵਿਰਸਾ ਅਤੇ ਵਰਤਮਾਨ ਵੱਖਰਾ ਹੈ। ਸੁਖਾਵਾਂ ਸੰਤੁਲਨ ਉਸਾਰਨ ਲਈ ਆਪਣਾ ਮਹੱਤਵ ਪਛਾਣਨ, ਆਪਣੀਆਂ ਸ਼ਕਤੀਆਂ ਕਮਜ਼ੋਰੀਆਂ ਦਾ ਲੇਖਾ-ਜੋਖਾ ਕਰਨ, ਆਪਣਾ ਉਦੇਸ਼ ਉਸਾਰ ਕੇ ਅਤੇ ਆਪਣੀ ਚੁਸਤੀ ਫੁਰਤੀ ਅਨੁਸਾਰ ਅਗਲੇਰਾ ਜੀਵਨ ਵਿਉਂਤਣ ਦੀ ਲੋੜ ਪਏਗੀ। ਅਸੰਤੁਲਨ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਅਸੀਂ ਆਪਣੀ ਮਰਜ਼ੀ ਅਨੁਸਾਰ ਨਹੀਂ ਜਿਉਂਦੇ, ਸਗੋਂ ਦਖਲ ਦੇ ਕੇ ਦੂਜੇ ਹੀ ਸਾਨੂੰ ਚਲਾਈ ਜਾਂਦੇ ਹਨ। ਅਸੀਂ ਉਹਨਾਂ ਦੀ ਨਾਰਾਜ਼ਗੀ ਤੋਂ ਹੀ ਡਰਦੇ ਰਹਿੰਦੇ ਹਾਂ। ਇਹੀ ਮਾਨਸਿਕ ਅਸੰਤੁਲਨ ਦੇ ਲੱਛਣ ਹਨ। ਸੰਤੁਲਨ ਉਸਾਰਨਾ ਸੌਖਾ ਨਹੀਂ ਹੈ। ਜਦੋਂ ਯਤਨ ਕਰੋਗੇ ਇੰਝ ਲੱਗੇਗਾ ਜਿਵੇਂ ਸਾਰਾ ਸੰਸਾਰ ਵਿਘਨ ਪਾ ਰਿਹਾ ਹੈ ਅਤੇ ਕੁਦਰਤ ਰੁਕਾਵਟਾਂ ਉਪਜਾ ਰਹੀ ਹੈ। ਆਪਣੀ ਜ਼ਿੰਦਗੀ ਵਿੱਚ ਜਦੋਂ ਵੀ ਕੋਈ ਨਿਤਨੇਮ ਲਾਗੂ ਕਰੋਗੇ, ਨਿਤਨੇਮ ਭੰਗ ਕਰਨ ਵਾਲੇ ਅਨੇਕਾਂ ਆ ਜਾਣਗੇ। ਖਰਚੇ ਵਿਉਂਤੋਗੇ, ਨਵੀਆਂ ਮੰਗਾਂ ਉਪਜ ਪੈਣਗੀਆਂ। ਕੋਈ ਪ੍ਰੋਗਰਾਮ ਲਿਖੋਗੇ, ਵਿਗਾੜ ਪਾਉਣ ਵਾਲੇ ਪਹੁੰਚ ਜਾਣਗੇ। ਸੈਰ ਕਸਰਤ ਕਰਨ ਲਈ ਨਿਕਲੋਗੇ, ਮੌਸਮ ਵਿਗੜ ਜਾਵੇਗਾ। ਪੜ੍ਹਨ ਦੀ ਵਿਉਂਤ ਉਲੀਕੋਗੇ, ਬਿਜਲੀ ਜਾਣ ਲੱਗ ਜਾਵੇਗੀ। ਜਦੋਂ ਵੀ ਨਵਾਂ ਸੰਤੁਲਨ, ਨਵੀਂ ਜੀਵਨ ਜਾਂਚ, ਨਵਾਂ ਰਿਸ਼ਤਾ ਉਸਾਰਨ ਦਾ ਯਤਨ ਕਰੋਗੇ, ਭਾਂਤ-ਭਾਂਤ ਦੀਆਂ ਰੁਕਾਵਟਾਂ ਲਾਜ਼ਮੀ ਤੌਰ 'ਤੇ ਉਪਜਣਗੀਆਂ। ਰੁਕਾਵਟਾਂ ਤੁਹਾਡੇ ਲਈ ਹੀ ਨਹੀਂ, ਹਰ ਕਿਸੇ ਲਈ ਉਪਜਦੀਆਂ ਹਨ, ਪਰ ਮੁਸ਼ਕਿਲਾਂ ਅਤੇ ਰੁਕਾਵਟਾਂ ਰਾਹੀਂ ਤੁਹਾਡੀ ਯੋਗਤਾ, ਸਮਰੱਥਾ ਪਰਖੀ ਜਾਵੇਗੀ।
ਰੁਕਾਵਟਾਂ ਤੋਂ ਪਾਰ ਜਾਣਾ ਪਏਗਾ। ਧੀਰਜ ਨਾਲ, ਸਿਦਕ ਨਾਲ, ਸਿਰੜ ਨਾਲ, ਉਦਾਸ ਮਾਯੂਸ ਨਹੀਂ ਹੋਣਾ, ਕਿਉਂਕਿ ਮੁਸ਼ਕਿਲਾਂ ਸਾਡੀ ਦ੍ਰਿੜਤਾ ਦਾ ਇਮਤਿਹਾਨ ਅਤੇ ਰੁਕਾਵਟਾਂ ਸਾਡੇ ਇਰਾਦਿਆਂ ਦੀ ਪਰਖ ਹੁੰਦੀਆਂ ਹਨ। ਕੁਝ ਵੀ ਸੰਪੂਰਨ ਰੂਪ ਵਿੱਚ ਨਹੀਂ ਬਦਲੇਗਾ, ਪਰ ਜਿਸ ਵੱਲ ਧਿਆਨ ਦਿਓਗੇ ਉਹ ਮਹੱਤਵਪੂਰਨ ਹੋ ਜਾਵੇਗਾ। ਜੋ ਕੁਝ ਕਰਨ ਦਾ ਯਤਨ ਕਰੋਗੇ ਉਸਦੇ ਹੋਣ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ। ਜੇ ਇਰਾਦਾ ਮਜ਼ਬੂਤ ਹੋਵੇਗਾ ਤਾਂ ਭੀੜ ਵਿੱਚੋਂ ਤੁਸੀਂ ਆਪ ਮੁਹਾਰੇ ਉੱਚੇ ਦਿਸਣ ਲੱਗ ਜਾਵੋਗੇ। ਚਿੰਤਾ ਕਰਨ, ਅਰਦਾਸ ਕਰਨ ਅਤੇ ਯਤਨ ਕਰਨ ਵਿੱਚ ਇੱਕ ਹੀ ਸ਼ਕਤੀ ਲੱਗਦੀ ਹੈ। ਰਾਤ ਨੂੰ ਸੌਣ ਵੇਲੇ ਸਵੇਰੇ 5 ਵਜੇ ਉੱਠਣ ਦਾ ਨਿਸ਼ਚਾ ਕਰੋਗੇ, ਜਾਗ ਖੁੱਲ੍ਹੇਗੀ। ਮਨ ਦੀ ਸ਼ਕਤੀ ਅਤੇ ਅਚੇਤ ਮਨ ਜਿਸ ਉਦੇਸ਼ 'ਤੇ ਇਕਾਗਰ ਹੋ ਜਾਣ, ਉਸ ਨੂੰ ਸੰਭਵ ਬਣਾਉਣ ਦੇ ਢੰਗ ਤਰੀਕੇ ਆਪ ਮੁਹਾਰੇ ਸੁੱਝਣ ਲੱਗ ਪੈਣਗੇ। ਮਨੁੱਖ ਲਈ ਉਸਦਾ ਰੁਜ਼ਗਾਰ ਅਤੇ ਇਸਤਰੀ ਲਈ ਉਸਦਾ ਪਰਿਵਾਰ ਸੰਤੁਲਨ, ਅਸੰਤੁਲਨ ਅਤੇ ਦੁੱਖ ਸੁੱਖ ਦੇ ਮੁੱਖ ਖੇਤਰ ਹੁੰਦੇ ਹਨ। ਪੈਸਾ, ਸਿਹਤ, ਰਿਸ਼ਤੇ, ਸਮਾਂ ਅਤੇ ਕਾਰਜ ਸੰਤੁਲਨ ਨੂੰ ਅਸੰਭਵ ਬਣਾਉਂਦੇ ਹਨ। ਜੇ ਅਨੇਕਾਂ ਕਾਰਜ ਕਰੋਗੇ, ਸਾਰਿਆਂ ਵਿੱਚ ਸਫਲਤਾ ਨਹੀਂ ਮਿਲੇਗੀ। ਸਫਲਤਾ ਉਹਨਾਂ ਖੇਤਰਾਂ ਵਿੱਚ ਹੀ ਮਿਲੇਗੀ ਜਿੱਥੇ ਅਸੀਂ ਤਾਲਮੇਲ ਅਤੇ ਸੰਤੁਲਨ ਉਸਾਰਾਂਗੇ। ਟੀਮਾਂ ਦੇ ਅੰਦਰਵਾਰ ਤਾਲਮੇਲ, ਪਰ ਉਹਨਾਂ ਟੀਮਾਂ ਦੇ ਆਪਸੀ ਸੰਬੰਧਾਂ ਵਿੱਚ ਸੰਤੁਲਨ ਕਾਰਜਸ਼ੀਲ ਹੁੰਦਾ ਹੈ। ਸੰਤੁਲਨ ਸਾਡੇ ਇਕੱਲਿਆਂ 'ਤੇ ਨਿਰਭਰ ਨਹੀਂ ਕਰਦਾ। ਕੇਵਲ ਇੱਕ ਕੰਧ 'ਤੇ ਕੋਈ ਛੱਤ ਨਹੀਂ ਟਿਕ ਸਕਦੀ। ਜੇ ਹੋਰਾਂ ਨਾਲ ਸੰਤੁਲਨ ਨਾ ਉਸਾਰਿਆ ਜਾਵੇ ਤਾਂ ਸਾਡੇ ਵਿੱਚ ਕੋਈ ਪਰਿਵਰਤਨ ਨਹੀਂ ਵਾਪਰੇਗਾ। ਜੇ ਵਾਪਰੇ ਵੀ ਤਾਂ ਮੰਨਿਆ ਨਹੀਂ ਜਾਵੇਗਾ। ਨਿਰਸੰਦੇਹ ਜਦੋਂ ਅਸੀਂ ਆਪਣਾ ਵਿਹਾਰ ਅਤੇ ਆਦਤਾਂ ਬਦਲਾਂਗੇ ਤਾਂ ਸਾਡੇ ਨੇੜਲੇ ਲੋਕਾਂ ਨਾਲ ਸੰਬੰਧ ਪ੍ਰਭਾਵਿਤ ਹੋਣਗੇ। ਦੂਜੇ ਸਾਡੇ ਨਾਲ ਵਰਤਣ ਲਈ ਸਾਡੀਆਂ ਆਦਤਾਂ ਅਨੁਸਾਰ ਆਪਣਾ ਵਿਹਾਰ ਉਸਾਰਦੇ ਬਦਲਦੇ ਹਨ। ਜੇ ਅਸੀਂ ਹੋਰਾਂ ਨੂੰ ਆਪਣੇ ਵਿਕਾਸ ਵਿੱਚ ਸ਼ਾਮਲ ਨਹੀਂ ਕਰਾਂਗੇ ਤਾਂ ਉਹ ਸਾਡੇ ਵਿਕਾਸ ਨੂੰ ਮਾਨਤਾ ਨਹੀਂ ਦੇਣਗੇ। ਜੇ ਸੱਸ ਕੇਵਲ ਆਪ ਬਦਲਣ ਦਾ ਯਤਨ ਕਰੇਗੀ ਤਾਂ ਉਸਦੇ ਯਤਨਾਂ ਨੂੰ ਨੂੰਹਾਂ ਮਾਨਤਾ ਨਹੀਂ ਦੇਣਗੀਆਂ। ਜੇ ਉਹ ਨੂੰਹਾਂ ਦੇ ਸਹਿਯੋਗ ਨਾਲ ਬਦਲੇਗੀ, ਨੂੰਹਾਂ ਤਾਂ ਹੀ ਉਸਦੀ ਤਬਦੀਲੀ ਨੂੰ ਸਵੀਕਾਰ ਕਰਨਗੀਆਂ ਅਤੇ ਸੱਸ ਦੀ ਤਬਦੀਲੀ ਅਨੁਸਾਰ ਆਪ ਵੀ ਬਦਲਣਗੀਆਂ। ਸਾਡੇ ਹੋਰਾਂ ਨਾਲ ਸੰਤੁਲਨ ਨੂੰ ਉਸਾਰਨ ਵਿਗਾੜਨ ਦਾ ਕਾਰਜ ਸਾਡੀਆਂ ਆਦਤਾਂ ਅਤੇ ਕਾਰਵਾਈਆਂ ਕਰਦੀਆਂ ਹਨ। ਜੋ ਬਾਰ-ਬਾਰ ਸੁੱਤੇ ਸਿੱਧ ਕੀਤਾ ਜਾਂਦਾ ਹੈ ਉਸਨੂੰ ਆਦਤ ਕਹਿੰਦੇ ਹਨ। ਆਦਤਾਂ ਸਾਡੀਆਂ ਨਹੀਂ ਹੁੰਦੀਆਂ, ਅਸੀਂ ਆਦਤਾਂ ਦੇ ਹੁੰਦੇ ਹਾਂ। ਆਦਤਾਂ ਦਾ ਵੀ ਇੱਕ ਸਿਲਸਿਲਾ ਜਾਂ ਪ੍ਰਣਾਲੀ ਉਸਰਦੀ ਹੈ। ਸਾਡਾ ਚਰਿੱਤਰ, ਸ਼ਖਸੀਅਤ, ਕਦਰਾਂ ਕੀਮਤਾਂ, ਵਿਹਾਰ, ਉਦੇਸ਼, ਜੀਵਨ ਜਾਂਚ ਆਦਿ ਸਭ ਸੋਚਾਂ ਆਦਤਾਂ ਦੇ ਉਸਾਰੇ ਹੋਏ ਵੱਖ-ਵੱਖ ਪੱਖ ਹੁੰਦੇ ਹਨ। ਚੰਗੀ ਆਦਤ ਅਤੇ ਭੈੜੀ ਆਦਤ ਵਿੱਚ ਆਦਤ ਦੇ ਪੱਖੋਂ ਕੋਈ ਅੰਤਰ ਨਹੀਂ ਹੁੰਦਾ। ਇਸ ਦੇ ਸਿੱਟੇ ਉਸ ਨੂੰ ਚੰਗੀ ਜਾਂ ਮਾੜੀ ਆਦਤ ਬਣਾਉਂਦੇ ਹਨ। ਇਵੇਂ ਆਦਤਾਂ 3 ਕਿਸਮ ਦੀਆਂ ਹੋ ਨਿਬੜਦੀਆਂ ਹਨ: ਚੰਗੀਆਂ ਆਦਤਾਂ, ਭੈੜੀਆਂ ਆਦਤਾਂ ਅਤੇ ਸਾਡੀਆਂ ਆਦਤਾਂ। ਕਿਸੇ ਆਦਤ ਦਾ ਆਪਣਾ ਕੋਈ ਮਹੱਤਵ ਨਹੀਂ ਹੁੰਦਾ। ਆਦਤ ਦਾ ਮਹੱਤਵ ਸਾਡੀ ਆਦਤ ਹੋਣ ਕਰਕੇ ਹੁੰਦਾ ਹੈ। ਨਵੀਂ ਆਦਤ ਜਾਂ ਨਵਾਂ ਸੰਤੁਲਨ ਸਥਾਪਿਤ ਕਰਨ ਲਈ 4 ਹਫ਼ਤੇ ਤੋਂ 3 ਮਹੀਨੇ ਦਾ ਸਮਾਂ ਲੱਗਦਾ ਹੈ। ਪੁਰਾਣੇ ਸੰਤੁਲਨ ਜਾਂ ਪੁਰਾਣੀ ਆਦਤ ਨੂੰ ਤਿਆਗਣ ਵਿੱਚ ਵਧੇਰੇ ਸਮਾਂ ਲੱਗਦਾ ਹੈ, ਕਿਉਂਕਿ ਪੁਰਾਣੀ ਆਦਤ ਦੀ ਤਾਕਤ ਆਦਤ ਛੱਡਣ ਦਾ ਵਿਰੋਧ ਕਰੇਗੀ। ਨਸ਼ੇ ਕਰਨ ਵਾਲੇ ਨਸ਼ੇ ਤਿਆਗਣੇ ਚਾਹੁੰਦੇ ਹਨ, ਪਰ ਨਸ਼ਾ ਕਰਨ ਦੀ ਆਦਤ ਤਿਆਗਣ ਨਹੀਂ ਦਿੰਦੀ। ਅਕਸਰ ਅਸੀਂ ਉਸ ਆਦਤ ਨੂੰ ਛੱਡਣਾ ਚਾਹੁੰਦੇ ਹਾਂ ਜਿਹੜੀ ਸਾਨੂੰ ਤਸੱਲੀ ਨਹੀਂ ਦੇ ਰਹੀ ਹੁੰਦੀ। ਅਸੀਂ ਕਈ ਵਾਰੀ ਕਿਸੇ ਆਦਤ ਨੂੰ ਛੱਡਣਾ ਚਾਹੁੰਦੇ ਹਾਂ, ਪਰ ਛੱਡ ਸਕਣ ਦਾ ਸਵੈ ਵਿਸ਼ਵਾਸ ਅਤੇ ਮਾਨਸਿਕ ਬਲ ਨਹੀਂ ਹੁੰਦਾ, ਨਿਸ਼ਾਨਾ ਨਹੀਂ ਲੱਭਦਾ। ਜੇ ਤੁਹਾਨੂੰ ਆਪਣੇ ਨਿਸ਼ਾਨੇ ਦਾ ਪਤਾ ਹੈ ਤਾਂ ਇਹ ਵੀ ਪਤਾ ਹੋਵੇਗਾ ਕਿ ਤੁਸੀਂ ਹੁਣ ਕਿੱਥੇ ਹੋ ਅਤੇ ਆਰੰਭ ਕਿੱਥੋਂ ਕਰਨਾ ਹੈ। ਆਪਣੇ ਸੰਤੁਲਨ ਅਸੰਤੁਲਨ ਨੂੰ ਅਸੀਂ ਆਪ ਹੀ ਜਾਣ ਸਕਦੇ ਹਾਂ। ਭਵਿੱਖ ਅਤੀਤ ਨਾਲੋਂ ਤਾਂ ਹੀ ਵੱਖਰਾ ਹੋਵੇਗਾ ਜੇ ਤੁਸੀਂ ਜਾਣਦੇ ਹੋਵੋਗੇ ਕਿ ਭਵਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ। ਜੇ ਆਪਣੀ ਆਦਤਾਂ ਦਾ ਸੁਭਾਅ ਅਤੇ ਸੰਤੁਲਨ ਨਾ ਬਦਲਿਆ ਜਾਵੇ ਤਾਂ ਅਸੀਂ ਅਚੇਤ ਹੀ ਅਤੀਤ ਨੂੰ ਦੁਹਰਾਉਂਦੇ ਰਹਾਂਗੇ। ਆਪਣੇ ਰਸਤੇ ਦੀਆਂ ਰੁਕਾਵਟਾਂ ਅਤੇ ਮੁਸ਼ਕਲਾਂ ਬਾਰੇ ਸੁਚੇਤ ਹੋਏ ਬਿਨਾਂ ਨਵਾਂ ਰਸਤਾ ਸਾਨੂੰ ਦਿਸੇਗਾ ਹੀ ਨਹੀਂ। ਆਪਣੇ ਮਨ ਨੂੰ ਵੀ ਸਮਝਣ ਦੀ ਲੋੜ ਹੈ, ਕਿਉਂਕਿ ਸਾਡਾ ਮਨ ਸਾਡੇ ਤੋਂ ਅਕਸਰ ਕਈ ਉਹ ਕਾਰਜ ਕਰਵਾ ਲੈਂਦਾ ਹੈ ਅਤੇ ਕਈ ਉਹ ਕਥਨ ਬੁਲਵਾ ਲੈਂਦਾ ਹੈ ਜਿਹੜੇ ਅਸੀਂ ਮਗਰੋਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਨਹੀਂ ਕਰਨੇ ਚਾਹੀਦੇ ਸਨ। ਮਗਰੋਂ ਮੁਲਾਂਕਣ ਕਰਨ ਨਾਲ ਜਾਂ ਕੁਝ ਕਰਨ ਦਾ ਮਾਣ ਉਪਜੇਗਾ ਜਾਂ ਕੁਝ ਨਾ ਕਰਨ ਦਾ ਪਛਤਾਵਾ ਹੋਵੇਗਾ। ਜੇ ਮਨੁੱਖ ਨੂੰ ਆਲੋਚਨਾ ਦੇ ਨਾਲ ਪ੍ਰਸ਼ੰਸਾ ਵੀ ਮਿਲਦੀ ਰਹੇ ਤਾਂ ਸੰਤੁਲਨ ਬਣਿਆ ਰਹਿੰਦਾ ਹੈ। ਨਜ਼ਰਅੰਦਾਜ਼ ਕੀਤੇ ਜਾਣਾ ਪਰੇਸ਼ਾਨ ਕਰੇਗਾ। ਇਕੱਲੀ ਆਲੋਚਨਾ ਸਾਨੂੰ ਮਾਯੂਸ ਕਰੇਗੀ, ਕੇਵਲ ਪ੍ਰਸ਼ੰਸਾ ਸਾਨੂੰ ਅਵੇਸਲਾ ਅਤੇ ਆਲਸੀ ਬਣਾਏਗੀ।
ਕੁਝ ਮਹੱਤਵਪੂਰਨ ਕਰਨ ਤੋਂ ਪਹਿਲਾਂ ਸੋਚਣ ਵਿਚਾਰਨ ਨੂੰ ਵਿਉਂਤਬੰਦੀ ਕਹਿੰਦੇ ਹਨ। ਵਿਉਂਤਬੰਦੀ ਕਾਰਨ ਗਲਤੀਆਂ ਦੇ ਬਾਵਜੂਦ ਸਾਡਾ ਨਵਾਂ ਸੰਤੁਲਨ ਉਸਾਰਨ ਦਾ ਉਪਰਾਲਾ ਮੁੜ ਸਹੀ ਮਾਰਗ 'ਤੇ ਆ ਜਾਂਦਾ ਹੈ। ਜੀਵਨ ਵਿੱਚ ਸਿਖਲਾਈ ਜਾਂ ਪੜ੍ਹਾਈ ਦਾ ਮਹੱਤਵ ਪਛਾਣਨ ਦੀ ਲੋੜ ਹੈ। ਸਿਖਲਾਈ ਸਾਨੂੰ ਗਲਤੀਆਂ ਦੁਹਰਾਉਣ ਤੋਂ ਬਚਾਉਂਦੀ ਹੈ। ਸਿਖਲਾਈ ਦਾ ਉਦੇਸ਼ ਆਪਣੀਆਂ ਸ਼ਕਤੀਆਂ ਤੋਂ ਜਾਣੂ ਹੋਣਾ ਹੁੰਦਾ ਹੈ। ਕੋਈ ਨਵਾਂ ਸੰਤੁਲਨ ਉਸਾਰਨ ਲਈ ਸਿਖਲਾਈ ਬੜਾ ਜ਼ਰੂਰੀ ਪੱਖ ਹੁੰਦੀ ਹੈ। ਇਹੀ ਕਾਰਨ ਹੈ ਕਿ ਪੜ੍ਹੇ ਲਿਖੇ ਸਿੱਖਿਅਤ ਲੋਕ ਨਵੇਂ ਸੰਤੁਲਨ ਸਹਿਜੇ ਹੀ ਉਸਾਰ ਲੈਂਦੇ ਹਨ। ਅਭਿਆਸ ਅਤੇ ਸਿਖਲਾਈ ਨਾਲ ਸਾਡੀ ਯੋਗਤਾ ਦੇ ਨਾਲ ਸਾਡੀ ਸਮਰੱਥਾ ਵੀ ਵੱਧਦੀ ਹੈ। ਜੇ ਸਪਤਾਹ ਵਿੱਚ 4 ਦਿਨ ਸੌਖ ਨਾਲ ਸੈਰ ਕੀਤੀ ਜਾ ਸਕਦੀ ਹੈ ਤਾਂ 5ਵੇਂ ਦਿਨ ਸੈਰ ਕਰਨ ਦੇ ਯਤਨ ਵਿੱਚ ਵੀ ਸਫਲਤਾ ਮਿਲ ਸਕਦੀ ਹੈ। ਚੰਗੇਰੇ ਅਤੇ ਭਰਪੂਰ ਜੀਵਨ ਲਈ ਨਵੀਆਂ ਦਿਲਚਸਪੀਆਂ ਅਤੇ ਨਵੇਂ ਸੰਤੁਲਨ ਉਸਾਰਨ ਦੀ ਲੋੜ ਪੈਂਦੀ ਹੈ। ਆਪਣੇ ਜਾਣੇ ਪਛਾਣੇ ਸੀਮਤ ਖੇਤਰ ਵਿੱਚੋਂ ਬਾਹਰ ਨਿਕਲਣ ਨਾਲ ਨਵੀਆਂ ਸਥਿਤੀਆਂ ਨਾਲ ਜਾਣ ਪਛਾਣ ਕਾਰਨ ਨਵੀਆਂ ਦਿਲਚਸਪੀਆਂ ਜਾਗਦੀਆਂ ਹਨ। ਜੇ ਨਵੀਆਂ ਦਿਲਚਸਪੀਆਂ ਉਸਾਰਨ ਸੰਬੰਧੀ ਆਪਣੀ ਮੁੱਢਲੀ ਯੋਗਤਾ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਕਿਸੇ ਦਿਨ ਕੋਈ ਉਹ ਕਾਰਜ ਕਰੋ ਜੋ ਕਦੇ ਕੀਤਾ ਨਹੀਂ ਕਰਨ ਦੀ ਆਦਤ ਨਹੀਂ। ਇੱਕ ਵਾਰੀ ਸੇਵਾ ਨੂੰ ਸਮਰਪਿਤ ਇੱਕ ਵਿਸ਼ਾਲ ਸਮਾਗਮ 'ਤੇ ਡਾਕਟਰ ਬੱਚਿਆਂ ਵਿੱਚ ਵੰਡਣ ਲਈ ਡੱਬੀਆਂ ਵਿੱਚ ਲੱਡੂ ਭਰਨ, ਪ੍ਰੋਫੈਸਰ ਲੰਗਰ ਵਰਤਾਉਣ, ਵਕੀਲ ਪ੍ਰਸ਼ਾਦ ਵੰਡਣ, ਇੰਜੀਨੀਅਰ ਲੋਕਾਂ ਦੇ ਆਰਾਮ ਦਾ ਪ੍ਰਬੰਧ ਕਰਨ, ਇਸਤਰੀਆਂ ਬਜ਼ੁਰਗਾਂ ਦੀ ਦੇਖਭਾਲ ਕਰਨ, ਬਜ਼ੁਰਗ ਬੱਚਿਆਂ ਨੂੰ ਸੰਭਾਲਣ, ਲੜਕੀਆਂ ਵਿਕਲਾਂਗਾਂ ਦਾ ਧਿਆਨ ਰੱਖਣ, ਦੁਕਾਨਦਾਰ ਆਵਾਜਾਈ ਵੇਖਣ ਦਾ ਕਾਰਜ ਕਰ ਰਹੇ ਸਨ। ਕੋਈ ਕਿਸੇ ਵਿੱਚ ਨੁਕਸ ਨਹੀਂ ਸੀ ਕੱਢ ਰਿਹਾ। ਮਨੋਰੰਜਨ, ਜ਼ਿੰਮੇਵਾਰੀ ਅਤੇ ਕੰਮ ਵਿਚਲਾ ਅੰਤਰ ਮਿਟ ਗਿਆ ਸੀ। ਡਿਗਰੀਆਂ ਅਤੇ ਅਹੁਦਿਆਂ ਦਾ ਹੰਕਾਰ ਲੋਪ ਹੋ ਗਿਆ ਸੀ। ਕੋਈ ਕਿਸੇ ਦੀ ਨਿਗਰਾਨੀ ਨਹੀਂ ਸੀ ਕਰ ਰਿਹਾ। ਕੋਈ ਮੁਲਾਂਕਣ ਨਹੀਂ ਸੀ ਹੋ ਰਿਹਾ। ਕਿਸੇ ਤੋਂ ਅੱਗੇ ਲੰਘਣ ਦੀ ਦੌੜ ਨਹੀਂ ਸੀ। ਹਾਰ ਪੁਆਉਣ ਅਤੇ ਫੋਟੋ ਖਿਚਵਾਉਣ ਦਾ ਲਾਲਚ ਗਾਇਬ ਸੀ, ਕਿਉਂਕਿ ਹਰ ਕੋਈ ਸਭ ਕੁਝ ਦੂਜਿਆਂ ਲਈ ਕਰ ਰਿਹਾ ਸੀ। ਸੋ ਹਰ ਕੋਈ ਸਵਾਰਥ, ਸਾੜੇ, ਈਰਖਾ ਤੋਂ ਮੁਕਤ ਸੀ। ਸਭ ਤਸੱਲੀ ਨਾਲ ਮਾਲਾ ਮਾਲ ਸਨ। ਸਭ ਪਾਸੇ ਵਾਹ ਵਾਹ ਅਤੇ ਧੰਨਵਾਦ ਹੀ ਧੰਨਵਾਦ ਸੀ। ਇੱਕ ਨਵਾਂ ਸੰਤੁਲਨ ਉਸਰਿਆ ਪਿਆ ਸੀ। ਨਿਰਸੰਦੇਹ ਸੰਦੀਵੀ ਪ੍ਰਸੰਨਤਾ ਸੰਭਵ ਨਹੀਂ, ਪਰ ਨਵੇਂ ਤਾਲਮੇਲ, ਨਵੇਂ ਸੰਤੁਲਨ, ਨਵੇਂ ਰਿਸ਼ਤੇ, ਨਵੇਂ ਸੰਬੰਧ, ਨਵੀਆਂ ਦਿਲਚਸਪੀਆਂ ਉਸਾਰਨ ਨਾਲ ਅਸੀਂ ਨਵੀਂ ਅਤੇ ਸੱਜਰੀ, ਚੰਗੇਰੀ ਅਤੇ ਵੱਖਰੀ, ਪ੍ਰਸੰਨ ਅਤੇ ਭਰਪੂਰ ਜੀਵਨ ਜਾਂਚ ਦੀ ਦਹਿਲੀਜ਼ 'ਤੇ ਖਲੋਤੇ ਮਹਿਸੂਸ ਕਰਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।